ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਰੋਨਾ ਵਾਇਰਸ, ਪ੍ਰਧਾਨ ਮੰਤਰੀ ਅਤੇ ਤਾਲਾਬੰਦੀ। ਇਸ ਦੇ ਨਾਲ ਹੀ ਅਸੀਂ ਗਦਰ ਪਾਰਟੀ ਬਾਰੇ ਵੀ ਜਿਹੜੀ ਹੈ ਅੱਜ ਵਿਚਾਰ ਚਰਚਾ ਕਰਾਂਗੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਦੇਸ਼ ਦੇ ਵਿੱਚ ਕਰੋਨਾ ਵਾਇਰਸ ਜਿਹੜਾ ਇੱਕ ਖਤਰਨਾਕ ਰੂਪ ਅਖਤਿਆਰ ਕਰਦਾ ਜਾ ਰਿਹਾ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਇਸ 'ਤੇ ਕਾਬੂ ਪਾਉਣ 'ਚ ਬੜੀ ਫੇਲ ਸਾਬਤ ਹੋ ਰਹੀਆਂ ਨੇ। ਇਸੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਜਿਹੜਾ ਹੈਗਾ ਲੋਕਾਂ ਨੂੰ ਸੰਬੋਧਨ ਕਰਦੇ ਨੇ, ਜਿਸ 'ਚ ਉਹ ਜਿੱਥੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਆਪਣੇ ਵਿਚਾਰ ਜਿਹੜੇ ਆ ਲੋਕਾਂ ਅੱਗੇ ਰੱਖਦੇ ਨੇ। ਇਸ ਦੇ ਨਾਲ ਤਾਲਾਬੰਦੀ ਬਾਰੇ ਕਹਿੰਦੇ ਨੇ, ਕਿਉਂਕਿ ਤਾਲਾਬੰਦੀ ਜਿਹੜਾ ਹੈ ਅਖੀਰੀ ਰਾਹ ਹੈਗਾ ਤੇ ਅਸੀਂ ਦੇਸ਼ ਨੂੰ ਤਾਲਾਬੰਦੀ ਤੋਂ ਬਚਾਉਣਾ ਚਾਹੁੰਦੇ ਹਾਂ। ਇਸ ਦੇ ਬਾਵਜੂਦ ਜਿਹੜਾ ਹੈਗਾ ਦੇਸ਼ 'ਚ ਵੱਖ-ਵੱਖ ਸੂਬਿਆਂ ਦੇ ਵਿੱਚ ਸਰਕਾਰਾਂ ਵੱਲੋਂ ਤਾਲਾਬੰਦੀ ਕੀਤੀ ਜਾ ਰਹੀ ਹੈ। ਅਸੀਂ ਜਾਣਨਾ ਚਾਹਾਂਗੇ, ਇੱਕ ਪਾਸੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਤਾਲਾਬੰਦੀ ਅਖੀਰੀ ਰਾਹ ਹੈ, ਦੂਜੇ ਪਾਸੇ ਸੂਬਿਆਂ ਸਰਕਾਰਾਂ ਵੱਲੋਂ ਜਿਹੜੀ ਹੈ ਤਾਲਾਬੰਦੀ ਕੀਤੀ ਜਾ ਰਹੀ ਹੈ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਪ੍ਰਧਾਨ ਮੰਤਰੀ ਬਾਰੇ ਨਾਰਮਲੀ ਇਹ ਹੈ ਕਿ ਜਦੋਂ ਰਾਤ ਵੀ 8:45 'ਤੇ ਪਹਿਲਾਂ ਆ ਗਿਆ ਸੀ ਕਿ ਪ੍ਰਧਾਨ ਮੰਤਰੀ ਦੇਸ਼ ਨੂੰ ਸੰਬੋਧਨ ਕਰਨਗੇ, ਤਾਂ ਜਿਹੋ ਜਿਹਾ ਸੋਸ਼ਲ ਮੀਡੀਆ ਦੇ ਉੱਤੇ ਚੱਲਿਆ ਕਈ ਵਾਰ ਕਿ ਦੇਖੋ ਸਾਰੇ ਪ੍ਰਬੰਧ ਕਰ ਲਓ, ਵੱਡਾ ਐਲਾਨ ਹੋਣ ਵਾਲਾ, ਵੱਡਾ ਐਲਾਨ ਹੋਣ ਵਾਲਾ। ਕਿਉਂਕਿ ਪ੍ਰਧਾਨ ਮੰਤਰੀ ਨੇ ਬੜੀ ਵਾਰ ਆਇਆ ਤੇ ਆਏ 8 ਵਜੇ ਨੋਟਬੰਦੀ ਕਰਤੀ, ਆਏ ਕਿਸੇ ਟਾਈਮ ਕੁਛ ਕਰਤਾ ਲੋਕਾਂ ਨੂੰ। ਔਰ ਪਿਛਲੇ ਵਾਰ ਆਏ ਸੀ ਜਦੋਂ ਕਰੋਨਾ ਪਿਛਲੇ ਸਾਲ ਸ਼ੁਰੂ ਹੋਇਆ ਤੇ ਲੋਕਬੰਦੀ ਮਤਲਬ ਅਨਲਿਮਟਿਡ ਸਮੇਂ ਦਾ ਲੋਕਡਾਊਨ ਕਰਤਾ ਤੇ ਉਹ 2 ਮਹੀਨੇ ਤੱਕ ਲੋਕਡਾਊਨ ਰਿਹਾ। ਹੁਣ ਵੀ ਲੋਕਾਂ ਨੂੰ ਐਂ ਸੀ, ਪਰ ਇਸ ਬਿਲਕੁਲ ਉਲਟਾ ਇਸ ਵਾਰ ਹੋਇਆ। ਲੋਕਡਾਊਨ ਦੇ ਵਿੱਚ ਵੀ ਪ੍ਰਧਾਨ ਮੰਤਰੀ 7 ਵਾਰ ਸੰਬੋਧਨ ਕਰ ਚੁੱਕੇ ਨੇ ਦੇਸ਼ ਨੂੰ, ਤੇ 7ਵੀਂ ਵਾਰ ਸੀ ਜਿਹੜਾ ਰਾਤ ਉਹਨਾਂ ਨੇ ਗੱਲ ਕੀਤੀ। ਪਰ ਇਸ ਸਮੇਂ ਇਹ ਲੱਗਿਆ ਕਿ ਉਹ ਆਪਣੇ ਜਿੰਮੇ ਲੈਣਾ ਹੀ ਨਹੀਂ ਚਾਹੁੰਦੇ ਉਹ ਸਾਰੇ ਫੈਸਲੇ ਜਿਹੜੇ ਨੇ। ਹਾਲਾਂਕਿ ਜਿਹੜਾ ਕਾਨੂੰਨ ਡਿਜ਼ਾਸਟਰ ਮੈਨੇਜਮੈਂਟ ਦਾ ਜਿਹਦੇ ਤਹਿਤ ਕਰੋਨਾ ਨੂੰ ਟੈਕਲ ਕੀਤਾ ਜਾਣਾ ਹੈ, ਜਾਂ ਉਹ ਸਾਰੇ ਫੈਸਲੇ ਉਹਦੇ ਤਹਿਤ ਲੈਂਦੇ ਨੇ। ਤੋਂ ਪਹਿਲਾਂ ਤਾਂ ਉਹਦੇ ਤਹਿਤ ਲੈਂਦੇ ਨੇ ਤਾਂ ਜ਼ਿੰਮੇਵਾਰੀ ਵੀ ਆਪ ਲੈਣੀ ਪੈਂਦੀ ਹੈ। ਪਹਿਲਾਂ ਇਹ ਸਵਾਲ ਵੀ ਉੱਠਦਾ ਰਿਹਾ ਵੀ ਕੇਂਦਰ ਰਾਜਾਂ ਨੂੰ ਨਹੀਂ ਪੁੱਛਦਾ, ਬਾਕੀ ਨੂੰ ਨਹੀਂ ਪੁੱਛਦਾ, ਉਹਨਾਂ ਦੀ ਰਾਏ ਨਹੀਂ ਲੈਂਦਾ, ਇਸ ਕਰਕੇ ਫੈਸਲੇ ਉੱਥੋਂ ਕਰ ਦਿੰਦਾ, ਜ਼ਮੀਨੀ ਹਕੀਕਤ ਦੇ ਮੁਤਾਬਕ ਨਹੀਂ ਹੁੰਦੇ। ਹੁਣ ਜਦੋਂ ਉਹ ਪਿਛਲਾ ਤਜਰਬਾ ਜਿਹੜਾ ਇਹ ਦੱਸ ਰਿਹਾ, ਪਿਛਲਾ ਤਜਰਬਾ ਇਹ ਦੱਸ ਰਿਹਾ ਕਿ ਉਹ ਜਿਹੜੀ ਤਾਲਾਬੰਦੀ ਸੀ 2 ਮਹੀਨੇ ਦੀ, ਉਹਨੇ ਆਰਥਿਕਤਾ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾਇਆ, ਉਹਨੇ ਨੌਕਰੀਆਂ ਲੈ ਲਈਆਂ ਤੇ ਉਹਨੇ ਕਾਰੋਬਾਰ ਠੱਪ ਕਰਤੇ, ਤੇ ਬਹੁਤ ਵੱਡਾ ਕੁਐਸਚਨ ਮਾਰਕ ਜਿਹੜਾ ਖੜਾ ਹੋ ਗਿਆ ਸੀ ਤਾਲਾਬੰਦੀ ਦੇ ਸਵਾਲ 'ਤੇ ਹੀ। ਦੂਜੀ ਗੱਲ ਉਹਨੇ ਐਡਾ ਵੱਡਾ ਇਨਸਾਨੀ ਸੰਕਟ ਪੈਦਾ ਕੀਤਾ। ਉਹ ਇਨਸਾਨੀ ਸੰਕਟ ਕਿ ਕਰੋੜਾਂ ਦੀ ਤਾਦਾਦ ਦੇ ਵਿੱਚ ਖਾਸ ਤੌਰ 'ਤੇ ਪ੍ਰਵਾਸੀ ਮਜ਼ਦੂਰ, ਆਮ ਤੌਰ 'ਤੇ ਹੋਰ ਲੋਕ ਵੀ ਜਿਹੜੇ ਸਾਰੇ ਸੀ, ਉਹ ਭੁੱਖਮਰੀ ਦੀ ਕਗਾਰ ਤੱਕ ਚਲੇ ਗਏ ਤੇ ਉਹਨਾਂ ਦੀ ਰੋਜੀ ਰੋਟੀ, ਰਹਿਣ ਸਹਿਣ ਸਭ ਕੁਝ ਹੀ ਖਤਮ ਹੋ ਗਿਆ ਸੀ ਉਸ ਪੱਧਰ 'ਤੇ। ਹੁਣ 2 ਗੱਲਾਂ ਨੂੰ ਟੈਕਲ ਕਰਨ ਦਾ ਸਵਾਲ ਸੀਗਾ, ਇੱਕ ਕਰੋਨਾ ਤੇ ਦੂਜਾ ਰੋਜੀ ਰੋਟੀ ਦਾ ਸਵਾਲ। ਤੇ ਇਸ ਨੂੰ ਮੱਦੇ ਨਜ਼ਰ ਰੱਖ ਕੇ, ਕਿਉਂਕਿ ਜਦੋਂ ਦੁਬਾਰਾ ਪ੍ਰਵਾਸੀ ਮਜ਼ਦੂਰ ਫਿਰ ਜਾਣ ਲੱਗ ਗਏ ਵਾਪਸ, ਇੱਕ ਤਾਂ ਉਹਨੇ ਸੰਕਟ ਪੈਦਾ ਕੀਤਾ, ਪ੍ਰਧਾਨ ਮੰਤਰੀ ਤੱਕ ਵੀ ਮਤਲਬ ਗੌਰਮੈਂਟ ਆਫ ਇੰਡੀਆ ਤੱਕ ਵੀ ਹਿਲਜੁਲ ਪੈਦਾ ਕੀਤੀ ਕਿ ਮਾਮਲਾ ਤਾਂ ਫਿਰ ਉੱਧਰ ਹੀ ਜਾ ਰਿਹਾ। ਸਖਤੀ ਕਰਦੇ ਫਿਰ ਹੁਣ ਉਹਨਾਂ ਨੇ ਇਹ ਕੀ ਕਹਿਤਾ ਕਿ ਲਾਕਡਾਊਨ ਜਿਹੜਾ ਆਖਰੀ ਹਥਿਆਰ ਹੈ, ਤੁਰੰਤ ਲਾਕਡਾਊਨ ਨਹੀਂ ਲਾਏ ਜਾਣੇ ਚਾਹੀਦੇ। ਪਰ ਦੂਜੇ ਪਾਸੇ ਮਾਈਂਡਸੈਟ ਇਹ ਹੈ ਕਿ ਯੂਪੀ ਵਰਗੇ ਹਾਲਾਤ ਦੇ ਵਿੱਚ ਹਾਈ ਕੋਰਟ ਸੱਦਾ ਕਹਿੰਦੀ ਹੈ ਕਿ ਲਾਕਡਾਊਨ ਤੁਸੀਂ ਕਿਉਂ ਨਹੀਂ ਲਾਉਂਦੇ, ਤੇ ਤਾਂ ਸਾਰੇ ਗੱਲਾਂ ਨੂੰ ਵਿਗਾੜ ਦੋਗੇ। ਤੇ ਜੇ ਲਾਕਡਾਊਨ ਤੁਸੀਂ ਨਹੀਂ ਲਾਉਂਦੇ, ਇਹ ਫੈਸਲਾ ਕਰਤਾ ਆਪਦੇ ਕੋਲੋਂ, ਤੁਸੀਂ ਰਾਜਾਂ ਨੂੰ ਕਹਿਤਾ ਕਿ ਤੁਸੀਂ ਦੇਖ ਕੇ ਲਾਇਓ। ਮਤਲਬ ਹੁਣ ਕੇਂਦਰ ਸਰਕਾਰ ਨਹੀਂ ਇਹਦੇ 'ਚ ਦਖਲ ਦਿੰਦੀ, ਜਾਂ ਮੈਂ ਨਹੀਂ ਲਾਕਡਾਊਨ ਦੇ ਲਈ ਕੋਈ ਗੱਲ ਕਰਾਂਗਾ, ਮੈਂ ਜ਼ਿੰਮੇਵਾਰ ਨਹੀਂ ਹਾਂ। ਦੂਜੀ ਗੱਲ ਉਹਨਾਂ ਨੇ ਇਹ ਕੀਤੀ ਹੈ ਕਿ ਜਿੱਥੇ ਹੈਗੇ ਹੋ ਉੱਥੇ ਹੀ ਰਹੋ, ਮਤਲਬ ਪ੍ਰਵਾਸੀ ਮਜ਼ਦੂਰ ਵੀ ਜਿੱਥੇ ਹੈਗੇ ਨੇ ਉੱਥੇ ਰਹਿਣ। ਤੇ ਉਹਦੇ ਨਾਲ ਇਹ ਕਰ ਦਿੱਤਾ ਗਿਆ ਕਿ ਸੂਬਾ ਸਰਕਾਰਾਂ, ਸਮਾਜ, ਹੋਰ ਗੈਰ ਸਰਕਾਰੀ ਸੰਸਥਾਵਾਂ ਉਹਨਾਂ ਦੇ ਖਾਣੇ ਦਾ, ਦਾਣੇ ਦਾ, ਬਾਕੀ ਦਾ ਪ੍ਰਬੰਧ ਕਰਨ ਤੇ ਆਰਥਿਕ ਗਤੀਵਿਧੀ ਵੀ ਚੱਲੇ। ਤਾਂ ਸਭ ਤੋਂ ਵੱਡਾ ਕੁਐਸਚਨ ਇਹ ਪੈਦਾ ਹੁੰਦਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬੋਲ ਰਿਹਾ, ਉਹਦੇ ਵੱਲੋਂ ਕੀ ਭਰੋਸਾ ਦਿੱਤਾ ਜਾ ਰਿਹਾ, ਉਹਦੇ ਵੱਲੋਂ ਕੀ ਮਦਦ ਦਿੱਤੀ ਜਾ ਰਹੀ ਹੈ, ਇਹ ਸਭ ਤੋਂ ਬੜਾ ਸਵਾਲ ਹੈ। ਮਦਦ ਜ਼ੀਰੋ ਹੈ। ਮਤਲਬ ਕੇਂਦਰ ਸਰਕਾਰ ਵੱਲੋਂ ਕੀ ਮਦਦ ਦਿੱਤੀ ਜਾਊਗੀ? ਜੇ ਤੁਸੀਂ ਜਿੱਥੇ ਹੈਗੇ ਹੋ ਉੱਥੇ ਹੀ ਰਹਿਣ ਦਾ ਪ੍ਰਧਾਨ ਮੰਤਰੀ ਇੱਕ ਸੰਦੇਸ਼ ਦੇ ਰਹੇ ਨੇ, ਤਾਂ ਗੌਰਮੈਂਟ ਆਫ ਇੰਡੀਆ ਕੀ ਉਹਨਾਂ ਦੇ ਖਾਤਿਆਂ 'ਚ ਕੋਈ ਪੈਸਾ ਪਾਊਗੀ ਜਾਂ ਨਹੀਂ, ਜਿਹਦੇ ਨਾਲ ਉਹਨਾਂ ਦੀ ਰੋਜੀ ਰੋਟੀ ਚੱਲੇ? ਨਹੀਂ, ਜ਼ੀਰੋ ਹੈ। ਔਰ ਜੇਕਰ ਬਾਕੀ ਦੀਆਂ ਚੀਜ਼ਾਂ ਦਾ ਸਵਾਲ ਹੈ ਕਿ ਤੁਸੀਂ ਵੱਡੇ ਪੱਧਰ 'ਤੇ ਟੈਸਟ ਕਰੋ, ਵੈਕਸੀਨ ਕਰੋ, ਤੇ ਵੈਕਸੀਨ 'ਤੇ ਤੁਸੀਂ ਕੀ ਜ਼ਿੰਮੇਵਾਰੀ ਨਿਭਾਓਗੇ, ਕੀ ਉਹਨੂੰ ਹੋਰ ਜ਼ਿਆਦਾ ਜ਼ਿੰਮੇਵਾਰੀ ਨਾਲ ਅੱਗੇ ਕਰੋਗੇ, ਉਹਦੇ 'ਤੇ ਵੀ ਵਿਵਾਦ ਹੈ, ਉਹਦੀ ਪਾਲਿਸੀ 'ਤੇ ਵੀ ਵਿਵਾਦ ਹੈ। ਤੇ ਸਟੇਟ ਗੌਰਮੈਂਟਾਂ ਕਹਿ ਰਹੀਆਂ ਨੇ ਕਿ ਤੁਸੀਂ ਸਾਡੇ ਨਾਲ ਤਾਂ ਕੋਈ ਰਾਏ ਕਰਕੇ ਸਾਡੇ ਮੁਤਾਬਕ ਤਾਂ ਚੱਲ ਨਹੀਂ ਰਹੇ। ਇਸ ਕਰਕੇ ਇਹ ਗੱਲ ਤਾਂ ਸਾਬਤ ਹੋ ਚੁੱਕੀ ਹੈ ਕਿ ਤਾਲਾਬੰਦੀ ਇਲਾਜ ਨਹੀਂ ਹੈ। ਜੇਕਰ ਤਾਲਾਬੰਦੀ ਇਲਾਜ ਨਹੀਂ ਹੈ ਤਾਂ
ਬਾਕੀ ਦੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਜਦੋਂ ਫੰਡ ਸਾਰਾ ਇਕੱਠਾ ਕੇਂਦਰ ਸਰਕਾਰ ਕਰਦੀ ਹੈ ਹੋਰਾਂ ਮਾਮਲਿਆਂ ਦੇ ਵਿੱਚ, ਚਾਹੇ ਡੀਜ਼ਲ ਦਾ, ਪੈਟਰੋਲ ਦਾ, ਸੈਸ ਹੈ, ਸਰਚਾਰਜ ਹੈ, ਬਾਕੀ ਦੀਆਂ ਚੀਜ਼ਾਂ ਨੇ, ਤਾਂ ਪਿਛਲੇ ਲਾਕਡਾਊਨ ਜਿਹੜਾ ਕਰੋਨਾ ਦਾ ਪਿਛਲਾ ਸਾਲ ਲੰਘਿਆ ਸੀ, ਉਦੋਂ ਤੁਸੀਂ ਕਿਹਾ ਅਰਥ ਵਿਵਸਥਾ ਨੂੰ ਬਹੁਤ ਗੜਬੜ ਹੋ ਗਈ, ਉਦੋਂ ਤੁਸੀਂ ਕਿਹਾ 20 ਲੱਖ ਕਰੋੜ ਦਾ ਅਸੀਂ ਪੈਕੇਜ ਦੇ ਰਹੇ ਹਾਂ। ਇਹਦਾ ਮਤਲਬ ਉਹ ਪੈਕੇਜ ਨੇ ਵੀ ਕੰਮ ਨਹੀਂ ਕੀਤਾ ਜੀ। ਉਹ ਪੈਕੇਜ ਵੀ ਤੁਸੀਂ ਕਰਜ਼ਾ ਲੈਣ ਦੀ ਗੱਲ ਕੀਤੀ, ਬਾਕੀ ਕੀਤੀ ਡਾਇਰੈਕਟ ਉਸ ਲੈਵਲ ਦੀ ਬੈਨੀਫਿਟ ਜਿਹੜੀ ਗੱਲ ਸੀ ਕਿ ਸਿੱਧਾ ਲੋਕਾਂ ਨੂੰ ਮਿਲੇ, ਕਿਸੇ ਨੂੰ 1000 ਮਿਲੂ, ਕਿਸੇ ਨੂੰ ਥੋੜ੍ਹਾ ਬਹੁਤ ਮਿਲਿਆ ਜਾਂ ਨਾ ਮਿਲਿਆ ਉਹ ਅਲੱਗ ਸਵਾਲ ਹੈ, ਪਰ ਉਦੋਂ ਤੁਸੀਂ ਥੋੜ੍ਹੀ ਜਿਹੀ ਟਰਾਈ ਕੀਤੀ। ਪਿਛਲੇ ਸਾਲ ਤੁਸੀਂ ਇੱਕ ਐਲਾਨ ਕੀਤਾ ਸੀ ਕਿ ਚਲੋ ਮਨਰੇਗਾ ਦੇ ਵਿੱਚ ਹੀ 40,000 ਕਰੋੜ ਰੁਪਈਆ ਵਧਾ ਦਿੰਦੇ ਆ। ਉਹ ਇੱਕ ਗੱਲ ਸੀ ਜਿੱਥੇ ਕੰਮ ਦੇ ਲਈ ਪੈਸਾ ਦਿੱਤਾ ਗਿਆ ਔਰ ਉਹਦੇ 'ਚ ਵਧਿਆ ਵੀ, ਜਿਹੜੇ ਮਜ਼ਦੂਰ ਗਏ ਸੀ ਪਿੰਡਾਂ ਦੇ ਵਿੱਚ ਉਹਦੀ ਮੰਗ ਵੀ ਵਧੀ ਅਤੇ ਲੋਕਾਂ ਨੇ ਜ਼ਿਆਦਾ ਕੰਮ ਵੀ ਕੀਤਾ। ਇਸ ਵਾਰ ਤੁਸੀਂ ਉਹੋ ਜਿਹਾ ਵੀ ਕੋਈ ਐਲਾਨ ਨਹੀਂ ਕੀਤਾ ਕਿ ਜੇ ਰੁਜ਼ਗਾਰ ਦੇਣਾ ਅਤੇ ਮਨਰੇਗਾ 'ਚ ਅਸੀਂ ਇੰਨੇ ਪੈਸੇ ਵਧਾ ਦਿੰਦੇ ਹਾਂ ਅਤੇ ਜਿਹੜੇ ਜਿੱਥੇ ਜਿੱਥੇ ਬੰਦੇ ਨੇ ਉੱਥੇ ਰੁਜ਼ਗਾਰ ਦੇ ਦਿਓ, ਜਾਂ ਤੁਹਾਨੂੰ ਕੋਈ ਇਹੋ ਜਿਹੀ ਯੋਜਨਾ ਪੈਦਾ ਕਰ ਦਿਓ ਕਿ ਪਿੰਡਾਂ 'ਚ ਮਨਰੇਗਾ ਵਰਗੀ ਯੋਜਨਾ ਸ਼ਹਿਰਾਂ 'ਚ ਲਾਗੂ ਕਰ ਦਿਓ ਤਾਂ ਕਿ ਉਹ ਬੰਦਿਆਂ ਨੂੰ ਰੁਜ਼ਗਾਰ ਮਿਲੇ। ਗੌਰਮੈਂਟ ਦੇ ਦੂਗੀ ਉਹਨੇ ਤਾਂ, ਜੇਕਰ ਬਾਕੀ ਨਹੀਂ ਕੋਈ ਉਹ ਦੇਗਾ। ਇਹੋ ਜਿਹਾ ਕੋਈ ਪ੍ਰੈਕਟੀਕਲ ਐਲਾਨ ਨਹੀਂ ਹੈ। ਪ੍ਰੈਕਟੀਕਲ ਐਲਾਨ ਨਾ ਹੋਣ ਕਰਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਮੇਰਾ ਖਿਆਲ ਹੈ ਕਿ ਉਹ ਇਸ ਲੈਵਲ 'ਤੇ ਗੱਲ ਚਲੀ ਗਈ ਹੈ। ਹੁਣ ਤਾਂ ਲੋਕ ਮਜ਼ਾਕ ਉਡਾ ਰਹੇ ਨੇ ਕਿ ਬੰਗਾਲ ਦੇ ਵਿੱਚ ਵੱਡੀਆਂ ਰੈਲੀਆਂ 'ਤੇ ਪਾਬੰਦੀ ਲੱਗੀ, ਕਰੋਨਾ ਦਾ ਇਹਨਾਂ 'ਤੇ ਦਬਾਅ ਸੀ, ਉੱਥੇ ਭਾਸ਼ਣ ਦੇਣੇ ਸੀ, ਇੱਕ ਭਾਸ਼ਣ ਪ੍ਰਧਾਨ ਮੰਤਰੀ ਨੇ ਇੱਧਰ ਦਿੱਤਾ। ਕੇਵਲ ਭਾਸ਼ਣ ਹੈ। ਜਿਵੇਂ ਵੋਟਾਂ ਦੇ ਵਿੱਚ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਆਹ ਵੀ ਕਰ ਦਾਂਗੇ, ਜਿੱਤ ਜਾਣ ਤੋਂ ਬਾਅਦ ਬੰਦ ਕਰ ਦਿੰਦੇ ਹੋ, ਅਤੇ ਉਹੋ ਜਿਹੀ ਕਰੋਨਾ ਨਾਲ ਗੇਮ ਖੇਡੀ ਜਾ ਰਹੀ ਹੈ ਔਰ ਇਹ ਬਹੁਤ ਖਤਰਨਾਕ ਰੁਝਾਨ ਹੈ। ਲੋਕਾਂ ਦਾ ਜੇ ਭਰੋਸਾ ਨਾ ਰਹੇ, ਭਰੋਸਾ ਉਦੋਂ ਬਣਦਾ ਸਰਕਾਰਾਂ 'ਤੇ ਜਦੋਂ ਸਰਕਾਰਾਂ ਕੇਵਲ ਕਹਿਣ ਹੀ ਨਾ, ਕਰਦੀਆਂ ਵੀ ਗੰਭੀਰਤਾ ਨਾਲ ਦਿਖਾਈ ਦੇਣ, ਫਿਰ ਲੋਕਾਂ ਨੂੰ ਇਹ ਯਕੀਨ ਵੱਝਦਾ ਕਿ ਹਾਂ ਠੀਕ ਹੈ ਆਪਾਂ ਵੀ ਸਹਿਯੋਗ ਕਰ ਦਈਏ। ਜੇ ਇਕੱਲੇ ਉਪਦੇਸ਼ ਹੀ ਦੇਣਗੇ ਬੈਠ ਕੇ, ਸਾਦਾ ਵਾਂਗ ਜਿੱਥੇ ਵੀ ਬੈਠ ਕੇ ਉਪਦੇਸ਼ ਦੇ ਦਿਓ, ਫਿਰ ਸ਼ਾਇਦ ਭਰੋਸਾ ਨਹੀਂ ਜਗਦਾ। ਬਿਨਾਂ ਭਰੋਸੇ ਤੋਂ ਕੋਈ ਵੀ ਲੜਾਈ ਜਾਂ ਕਿਸੇ ਵੀ ਗੱਲ ਦੇ ਖਿਲਾਫ ਲੜਿਆ ਨਹੀਂ ਜਾ ਸਕਦਾ। ਜੀ ਹਮੀਰ ਸਿੰਘ ਜੀ, ਆਪਾਂ ਗੱਲ ਕਰ ਰਹੇ ਹਾਂ ਸਰਕਾਰ ਦੇ ਐਲਾਨਾਂ ਦੀ। ਸਰਕਾਰ ਨੇ ਇਹ ਵੀ ਐਲਾਨ ਕੀਤਾ ਸੀ ਵੀ ਕਿ ਦੇਸ਼ ਦੇ ਲੋਕਾਂ ਨੂੰ ਜਿਹੜੀ ਕਰੋਨਾ ਵੈਕਸੀਨ ਹੈ ਉਹ ਕੇਂਦਰ ਸਰਕਾਰ ਵੱਲੋਂ ਲਵਾਈ ਜਾਏਗੀ, ਅਤੇ ਹੁਣ ਸਰਕਾਰ ਉਸ ਤੋਂ ਵੀ ਪਿੱਛੇ ਹਟਦੀ ਦਿਖ ਰਹੀ ਹੈ। ਅਤੇ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ, ਸਰਕਾਰ ਕਹਿ ਰਹੀ ਹੈ ਕਿ ਕੁਝ ਥਾਵਾਂ 'ਤੇ ਜਿਹੜਾ ਹੈਗਾ ਨਿੱਜੀ ਤੌਰ 'ਤੇ ਲੋਕ ਆਪਣੀ ਜਿਹੜੀ ਦਵਾਈ ਲਵਾ ਸਕਦੇ ਨੇ, ਵੈਕਸੀਨ ਲੈ ਸਕਦੇ ਨੇ। ਇਸ ਨੂੰ ਤੁਸੀਂ ਕਿਵੇਂ ਦੇਖੋਗੇ? ਹਾਂ ਬਿਲਕੁਲ। ਖੈਰ ਬਹੁਤ ਇੱਕ ਤਬਕਾ ਤਾਂ ਇਹੋ ਜਿਹਾ ਪਹਿਲਾਂ ਹੀ ਹੈ ਕਿ ਕਰੋਨਾ ਵੀ ਗੌਰਮੈਂਟ ਨੇ ਇਹ ਕੀਤਾ ਕਿ ਇਹ ਅੱਜ ਕੱਲ੍ਹ ਵਿਚਾਰ ਇਹੋ ਜਿਹੇ ਪ੍ਰਗਟ ਕੀਤੇ ਜਾ ਰਹੇ ਨੇ ਕਿ ਕੋਈ ਵੱਡੇ ਜਿਹੜੇ ਕਰਪਟ ਲੀਡਰ ਨੇ ਜਾਂ ਬਾਕੀ ਦੇ ਵੱਡੇ ਲੋਕ ਨੇ, ਉਹਨਾਂ ਤਾਂ ਕਰੋਨਾ ਨਾਲ ਕਦੇ ਕੋਈ ਅਜੇ ਤੱਕ ਬਹੁਤ ਵੱਡੀ ਆਫਤ ਵਾਲੀ ਗੱਲ ਦਿਖਾਈ ਨਹੀਂ ਦਿੱਤੀ ਇਸ ਪੱਧਰ ਦੇ ਉੱਤੇ। ਪਰ ਉਹਦੇ ਨਾਲ ਦੀ ਨਾਲ ਜੇਕਰ ਤੁਹਾਨੂੰ ਲੱਗਦਾ ਕਿ ਸੱਚੀਓ ਚੀਜ਼ ਹੈ, ਇਸ ਲੈਵਲ ਦੀ ਹੈ, ਤੁਹਾਨੂੰ ਲੱਗਦਾ ਭੁੱਖਮਰੀ ਹੋਏਗੀ, ਬਾਕੀ ਹੋਏਗੀ। ਔਰ ਕੱਲ੍ਹ ਹੀ ਇੱਕ ਜੇ ਮੈਂ ਗੱਲ ਕਰਾਂ ਕਿ ਜਿਹੜਾ ਭੁੱਖਮਰੀ ਦੇ ਤੋਂ ਨਿਜਾਤ ਦੇ ਵਾਸਤੇ, ਭੋਜਨ ਸੁਰੱਖਿਆ ਦੇ ਵਾਸਤੇ ਇੱਕ ਦਿਵਸ ਸੀ। ਹਰਸ਼ਵਰਧਨ ਜਿਹੜੇ ਸਿਹਤ ਮੰਤਰੀ ਨੇ ਕੇਂਦਰ ਦੇ, ਉਹਨਾਂ ਨੇ ਕਿਹਾ ਕਿ ਕਰੋਨਾ ਨੇ ਐਡਾ ਵੱਡਾ ਨੁਕਸਾਨ ਕਰਤਾ ਕਿ 2030 ਤੱਕ ਭੁੱਖਮਰੀ ਖਤਮ ਕਰਨ ਦਾ ਜਿਹੜਾ ਦੁਨੀਆ ਦਾ ਗੋਲ ਸੀ ਉਹ ਹੁਣ ਦੂਰ ਚਲਾ ਗਿਆ। ਇਹਦਾ ਮਤਲਬ ਭੁੱਖਮਰੀ ਜ਼ਿਆਦਾ ਹੋਊ, ਤੁਹਾਨੂੰ ਪਤਾ ਹੈ ਕਿ ਭੁੱਖਮਰੀ ਜ਼ਿਆਦਾ ਹੋਊ। ਇਸ ਦੇ ਸੰਦਰਭ ਦੇ ਵਿੱਚ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਅਸੀਂ ਕਰੋਨਾ ਉਹ ਕਰ ਰਹੇ ਹਾਂ ਜਿਹੜੀ ਵੈਕਸੀਨ ਲਾਵਾਂਗੇ। ਵੈਕਸੀਨ 'ਚ ਤੁਸੀਂ ਬਿਨਾਂ ਅਮੀਰ ਗਰੀਬ ਸਭ ਦਾ ਇੱਧਰ ਉੱਧਰ ਕੀਤੇ ਬਿਨਾਂ ਤੁਸੀਂ ਕਹਿੰਦਾ ਜਿਹੜੇ 45 ਸਾਲ ਤੋਂ ਹੇਠਾਂ ਨੇ ਉਹਨਾਂ ਦੀ ਵੈਕਸੀਨ ਦਾ ਪ੍ਰਬੰਧ ਆਪ ਕੀਤਾ ਜਾਏ, ਜਾਂ ਤਾਂ ਖੁੱਲ੍ਹੀ ਮਾਰਕੀਟ 'ਚੋਂ ਕਰ ਲਿਆ ਜਾਏ ਜਾਂ ਸਰਕਾਰਾਂ ਸਟੇਟ ਗੌਰਮੈਂਟਾਂ ਦੇ ਦੇਣ, ਅਤੇ ਉਦੋਂ ਉੱਪਰਲੀ ਕੇਵਲ ਕੇਂਦਰ ਸਰਕਾਰ ਜਿਹੜੀ ਆ ਤੁਹਾਡੀ ਮਦਦ ਕਰੇਗੀ। ਔਰ ਇਹਦੇ 'ਤੇ ਰਾਜ ਸਰਕਾਰਾਂ ਪਹਿਲਾਂ ਹੀ ਪਿੱਟ ਰਹੀਆਂ ਨੇ, ਸਾਡੇ ਕੋਲ ਤਾਂ ਕੋਈ ਟਕਾ ਹੈ ਨਹੀਂ, ਪੈਸੇ ਹੈ ਨਹੀਂ, ਅਸੀਂ ਤਾਂ ਦੇ ਨਹੀਂ ਸਕਦੇ। ਤਾਂ ਤੁਸੀਂ ਕੀ ਕਰਤਾ? ਖੁੱਲ੍ਹੀ ਮੰਡੀ ਦੇ ਸਿਧਾਂਤ ਦੇ ਮੁਤਾਬਕ ਤੁਸੀਂ ਮਨਮਾਨੀ ਕਰਨ ਦਾ ਹੱਕ ਸਭ ਨੂੰ ਦੇਤਾ। ਉਹਦਾ ਰੇਟ ਜਿੰਨਾ ਮਰਜ਼ੀ ਹੋਏਗਾ, ਇੰਡੀਵਿਜੂਅਲ ਨੂੰ ਕੀ ਰੇਟ ਲਾਉਂਦਾ ਕੀ ਨਹੀਂ ਲਾਉਂਦਾ ਉਹ ਅਲੱਗ ਸਵਾਲ ਨੇ, ਸਰਕਾਰਾਂ ਦੇ ਇੱਕ ਅਲੱਗ ਸਵਾਲ ਨੇ। ਜੇ ਉਹਨਾਂ ਨੂੰ ਲਵਾਉਣਾ ਪਵੇ ਤਾਂ ਖੁੱਲ੍ਹੀ ਮਾਰਕੀਟ 'ਚ ਜਾਣ। ਅਤੇ ਤੁਸੀਂ ਕਹਿੰਦੇ ਹੋ ਭੁੱਖਮਰੀ ਵੱਧ ਰਹੀ ਹੈ, ਬੇਰੁਜ਼ਗਾਰੀ ਵੱਧ ਰਹੀ ਹੈ, ਕੰਗਾਲੀ ਵੱਧ ਰਹੀ ਹੈ, ਤਾਂ ਪੈਸੇ ਪੇ ਕਿੱਥੋਂ ਕਰਨਗੇ? ਕੌਣ ਪੇ ਕਰੂਗਾ? ਕਿਵੇਂ ਕਰੇਗਾ? ਇਹਦਾ ਮਤਲਬ ਬਹੁਤ ਵੱਡੀ ਆਬਾਦੀ ਜਿਹੜੀ 70-80% ਆਬਾਦੀ ਹੈ, ਉਹਨੂੰ ਤੁਸੀਂ ਇਸ ਗੱਲ 'ਤੇ ਛੱਡ ਰਹੇ ਹੋ ਕਿ ਤੂੰ ਜੇ ਤਾਂ ਪੈਸੇ ਹੈਗੇ ਤਾਂ ਲਵਾ ਲਈ, ਅਤੇ ਨਹੀਂ ਤਾਂ ਨਾ ਸਹੀ ਉਸ ਪੱਧਰ ਦੇ ਉੱਤੇ। ਕਿਉਂਕਿ ਅਸੀਂ ਆਪ ਕਹਿ ਰਹੇ ਹਾਂ, ਸਾਡੇ ਸੂਬੇ 'ਚ ਪ੍ਰਧਾਨ ਮੰਤਰੀ ਆਪ ਕਹਿ ਰਿਹਾ ਔਰ ਫਿਗਰ ਵੀ ਹੈ ਕਿ ਸਾਡੇ ਜਿਹੜੀ ਲਗਭਗ 60% ਦੇ ਕਰੀਬ 55% ਤਾਂ ਬਿਲਕੁਲ ਫਿਗਰ ਉਹ ਸੀ ਕਿ ਸਾਡਾ ਵੋਟਰ ਵੀ ਨੌਜਵਾਨ ਹੈ। ਨੌਜਵਾਨ ਦਾ ਮਤਲਬ 45 ਤੋਂ ਤਾਂ ਹੇਠਾਂ ਹੀ ਹੋਏਗਾ ਨਾ ਜਿਹੜਾ ਬਾਕੀ ਦਾ, ਅਤੇ ਜੇ ਉਹਦੇ 'ਚ ਹੋਰ ਸ਼ਾਮਿਲ ਕਰ ਲਓਗੇ ਬਾਕੀ ਦੇ ਬੱਚੇ ਤਾਂ ਸਾਡੀ ਤਾਂ ਆਬਾਦੀ ਉਹ 70-80% ਨੌਜਵਾਨ ਹੈ। ਫਿਰ ਤੁਸੀਂ ਕਿਹਦੇ ਲਾ ਰਹੇ ਹੋ? ਕਿੰਨੇ ਲੋਕਾਂ ਲਈ ਮੁਫਤ ਵੈਕਸੀਨ ਦੇ ਰਹੇ ਹੋ? ਅਤੇ ਮੁਫਤ ਦਾ ਐਲਾਨ ਇਕੱਲਾ ਕਰਨ ਦਾ ਜਿਹੜਾ ਸਵਾਲ ਹੈ ਉਹ
ਐਲਾਨ ਰਹਿ ਜਾਊਗਾ, ਬਹੁਤੀ ਆਬਾਦੀ ਉਹਦੇ 'ਚੋਂ ਤੁਸੀਂ ਬਾਹਰ ਕੱਢਤੀ ਹੈ ਇਸ ਲੈਵਲ ਤੇ। ਇਸੇ ਕਰਕੇ ਕੰਟਰੋਵਰਸੀਅਲ ਹੈ, ਵਿਵਾਦਤ ਹੈ, ਤੇ ਗਵਰਨਮੈਂਟ ਆਫ ਇੰਡੀਆ ਹਰ ਗੱਲ ਤੋਂ ਹੱਥ ਨਹੀਂ ਖਿੱਚ ਸਕਦੀ। ਜੇ ਹੱਥ ਖਿੱਚ ਰਹੀ ਹੈ ਇਹਦਾ ਮਤਲਬ ਗੰਭੀਰਤਾ ਨਹੀਂ ਹੈ ਤੁਹਾਡੇ ਮਾਮਲੇ ਦੇ ਵਿੱਚ। ਤੁਸੀਂ ਵੈਸੇ ਹੀ ਇੱਕ ਗੱਲ ਕਰ ਰਹੇ ਹੋ ਕਿ ਕਰੋਨਾ ਬਹੁਤ ਖਤਰਨਾਕ ਹੈ ਜਾਂ ਬਾਕੀ ਚੀਜ਼ ਹੈ, ਤਾਂ ਤੁਸੀਂ ਇਸ ਵੈਕਸੀਨ ਨਾਲ ਲੋਕਾਂ ਦਾ ਤਾਂ ਸਗੋਂ ਅਗਲਾ ਸਵਾਲ ਇਤਰਾਜ਼ ਹੈ। ਅਗਲਾ ਸਵਾਲ ਹੈ ਕਿ ਜਿਹੜੀ ਇਹ ਵੈਕਸੀਨ ਤੁਸੀਂ ਦੇ ਰਹੇ ਹੋ, ਇਹ ਜਿਹੜਾ ਪਿਛਲੇ ਸਾਲ ਆਇਆ ਗਿਆ ਕਰੋਨਾ ਦਾ ਵਾਇਰਸ ਸੀ ਉਹਦੇ ਬਾਰੇ ਹੈ। ਜੀ ਹੁਣ ਤੁਸੀਂ ਦੱਸ ਰਹੇ ਹੋ ਕਿ ਉਹ ਰੂਪ ਬਦਲ ਰਿਹਾ, ਬਿਲਕੁਲ। ਤੇ ਨਵੇਂ ਰੂਪ ਬਦਲੇ ਦੀ ਤਾਂ ਅਸੀਂ ਵੈਕਸੀਨ ਤੁਹਾਡੇ ਕੋਲ ਹੈ ਹੀ ਨਹੀਂ। ਜੀ ਜੇ ਤੁਹਾਡੇ ਕੋਲ ਉਹਦੀ ਵੈਕਸੀਨ ਨਹੀਂ ਹੈ ਜਿਹੜਾ ਨਵਾਂ ਰੂਪ ਬਦਲ ਰਿਹਾ ਹੈ, ਤਾਂ ਦੁਬਾਰਾ ਫਿਰ ਵੈਕਸੀਨ ਕੋਈ ਆਊਗੀ, ਦੁਬਾਰਾ ਫਿਰ ਕੀ ਕਰੋਗੇ? ਇਹ ਸਵਾਲ ਬਹੁਤ ਵੱਡੇ ਨੇ। ਜਿਹੜੇ ਤੇ ਸਵਾਲ ਇਹ ਹੈ ਕਿ ਜਿਹੜੀਆਂ ਫਾਰਮਾ ਕੰਪਨੀਆਂ ਨੇ ਉਹ ਕਿੰਨਾ ਪ੍ਰੋਫਿਟ ਕਮਾਉਣਗੀਆਂ। ਜੀ ਉਹ ਪੇਟੈਂਟ ਘੱਟੋ ਘੱਟ ਨਾ ਲੈਣ। ਭਾਰਤ ਸਰਕਾਰ ਨੇ ਇੱਕ ਫੈਸਲਾ ਓਵਰਆਲ ਵੀ ਕੀਤਾ ਵੀ ਘੱਟੋ ਘੱਟ ਪੇਟੈਂਟ ਨਾ ਲੈਣ, ਇਹਦੀ ਰਾਏ ਸੀ। ਜੀ ਤੇ ਪੇਟੈਂਟ ਦੇ ਅਧਿਕਾਰ ਦੇ ਮੁਤਾਬਕ ਤਾਂ ਕੋਈ ਕਿੰਨੀ ਕੀਮਤ ਰੱਖ ਦਿੰਦੀ ਹੈ, ਦੇਣੀ ਪੈਂਦੀ ਹੈ ਸਾਰਿਆਂ ਨੂੰ। ਕਿ ਮਨੁੱਖਤਾ ਦੇ ਐਂਗਲ ਤੋਂ ਕੋਈ ਖੋਜ, ਕੋਈ ਸਰਕਾਰੀ ਤੰਤਰ, ਕੋਈ ਸਾਰਾ ਕੰਮ ਬਿਨਾਂ ਪ੍ਰੋਫਿਟ ਨੋ ਲਾਸ ਤੇ ਕੋਈ ਕੰਮ ਕਰਨ ਲਈ ਤਿਆਰ ਹੈ। ਜੇ ਅੱਜ ਵੀ ਤਿਆਰ ਨਹੀਂ, ਅੱਜ ਵੀ ਮੁਨਾਫੇ ਲਈ ਉਹ ਤਿਆਰ ਹੈ, ਤਾਂ ਸਵਾਲ ਖੜੇ ਹੋਣੇ ਵਾਜਬ ਨੇ। ਤੇ ਇਹਨਾਂ ਗੱਲਾਂ ਦਾ ਜਵਾਬਦੇਹੀ ਦੇ ਪੱਖ ਤੋਂ ਤੇ ਪਾਰਦਰਸ਼ੀ ਤਰੀਕੇ ਤੋਂ ਗਵਰਨਮੈਂਟਾਂ ਨੂੰ ਜਵਾਬ ਦੇਣਾ ਚਾਹੀਦਾ। ਜੀ ਹਮੀਰ ਸਿੰਘ ਜੀ, ਕਰੋਨਾ ਭਿਆਨਕ ਰੂਪ ਧਾਰਦਾ ਜਾ ਰਿਹਾ, ਇਸੇ ਦੌਰਾਨ ਕਿਸਾਨ ਅੰਦੋਲਨ ਚੱਲ ਰਿਹਾ ਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਵੀ ਕਿ ਸਰਕਾਰ ਜਿਹੜੀ ਹੈਗੀ ਹੈ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਜਿਹੜਾ ਹੈਗਾ ਕਰੋਨਾ ਨੂੰ ਵਧਾ ਚੜਾ ਕੇ ਦਿਖਾ ਰਹੀ ਹੈ ਵੀ ਕਿ ਕਰੋਨਾ ਬਹੁਤ ਵੱਧ ਗਿਆ। ਇਸ ਦੇ ਨਾਲ ਹੀ ਗੱਲਾਂ ਇਹ ਵੀ ਆ ਰਹੀਆਂ ਨੇ, ਕੁਝ ਕਿਸਾਨ ਆਗੂ ਕਹਿ ਰਹੇ ਨੇ ਵੀ ਕਿ ਕਰੋਨਾ ਤਾਂ ਕੁਝ ਵੀ ਨਹੀਂ ਹੈ, ਤੇ ਕੁਝ ਇਹ ਵੀ ਗੱਲਾਂ ਆਖ ਰਹੇ ਨੇ ਵੀ ਕਿ ਉੱਥੇ ਦਿੱਲੀ ਦੇ ਬਰੂਹਾਂ 'ਤੇ ਵੈਕਸੀਨੇਸ਼ਨ ਲਾਈ ਜਾਵੇ, ਤੇ ਸਰਕਾਰਾਂ ਵੀ ਜਿਹੜੇ ਹੈ ਇਸ ਤਰ੍ਹਾਂ ਦੇ ਦਾਅਵੇ ਕਰ ਰਹੀਆਂ ਨੇ ਅਸੀਂ ਉੱਥੇ ਕਰੋਨਾ ਟੈਸਟ ਕਰਾਂਗੇ, ਕਰੋਨਾ ਵੈਕਸੀਨੇਸ਼ਨ ਜਿਹੜੀ ਹੈਗੀ ਆ ਉਹ ਲਾਵਾਂਗੇ। ਇਹ ਜਿਵੇਂ ਦੇ ਵੱਖਰੇਵੇਂ ਗੱਲਾਂ ਦੇ ਵਿੱਚ ਸਾਹਮਣੇ ਆ ਰਹੇ ਚਾਹੇ ਸਰਕਾਰਾਂ ਦੇ ਨੇ ਚਾਹੇ ਕਿਸਾਨ ਆਗੂਆਂ ਦੇ ਨੇ, ਇਸ ਨੂੰ ਕਿਵੇਂ ਦੇਖੋਗੇ? ਇਹਦੇ ਬਾਰੇ ਵੀ ਬਿਲਕੁਲ ਸਰਕਾਰ ਦੇ ਤਾਂ ਮੰਤਰੀਆਂ ਦੇ ਜਾਂ ਕਈਆਂ ਦੇ ਬਿਆਨ ਆ ਰਹੇ ਨੇ ਕਿ ਜੀ ਉੱਥੇ ਜਿਹੜਾ ਮੋਰਚਾ ਚੱਲ ਰਿਹਾ ਹੈ, ਹੁਣ ਕਰੋਨਾ ਦੀ ਮਹਾਮਾਰੀ ਵੱਧ ਰਹੀ ਹੈ, ਇਸ ਲਈ ਮੋਰਚਾ ਮਨੁੱਖਤਾ ਦੇ ਨਾਂ ਤੇ, ਕਿਸਾਨਾਂ ਦੀ ਸਿਹਤ ਦੀ ਸਾਨੂੰ ਚਿੰਤਾ ਹੈ, ਬਾਕੀ ਲੋਕਾਂ ਦੀ ਸਿਹਤ ਦੀ ਸਾਨੂੰ ਚਿੰਤਾ ਹੈ, ਇਸ ਲਈ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਘਰ ਆ ਜਾਓ, ਬਾਅਦ 'ਚ ਦੇਖ ਲਾਂਗੇ। ਜੇ ਇੰਨੀ ਉਹ ਚਿੰਤਾ ਹੈ ਤਾਂ ਤੁਸੀਂ ਕਾਨੂੰਨ ਕਿਉਂ ਨਹੀਂ ਵਾਪਸ ਲੈ ਲੈਂਦੇ? ਜੇ ਮਨੁੱਖਤਾ ਦੀ ਚਿੰਤਾ ਤੁਸੀਂ ਸਾਬਤ ਕਰੋ ਕਿ ਤੁਹਾਨੂੰ ਜ਼ਿਆਦਾ ਹੈ, ਜੇ ਤੁਹਾਨੂੰ ਜ਼ਿਆਦਾ ਤੁਸੀਂ ਕਹੋ ਵੀ ਇਹਨਾਂ ਬਾਰੇ ਆਪਾਂ ਬਾਅਦ 'ਚ ਵਿਚਾਰ ਕਰਾਂਗੇ, ਅਸੀਂ ਵਾਪਸ ਲੈ ਲੈਣੇ ਇਹ, ਜੇ ਲੋੜ ਹੋਈ ਜਦੋਂ ਕਰੋਨਾ ਹਟ ਗਿਆ ਉਦੋਂ ਬਾਅਦ ਫਿਰ ਅਸੀਂ ਲੈ ਆਵਾਂਗੇ, ਤੇ ਅਜੇ ਅਸੀਂ ਵਾਪਸ ਕਰ ਰਹੇ ਹਾਂ, ਇਹ ਤਾਂ ਤੁਸੀਂ ਕਰ ਨਹੀਂ ਰਹੇ। ਦੂਜਾ ਕਿਸਾਨਾਂ ਦਾ ਸਵਾਲ ਹੈ, ਕਿਸਾਨਾਂ ਦਾ ਮਾਮਲਾ, ਤੇ ਕਿਸਾਨਾਂ ਨੂੰ ਇਕਜੁੱਟ ਹੋ ਕੇ ਇੱਕ ਆਵਾਜ਼ ਕਰਨ ਦੀ ਲੋੜ ਹੈ। ਵੈਸੇ ਤਾਂ ਸੰਯੁਕਤ ਮੋਰਚਾ ਨੇ ਵੀ ਤੇ ਬਾਕੀ ਨੇ ਲਾਈਨ ਲਈ ਹੈ ਕਿ ਜਿਹੜਾ ਹਰਿਆਣਾ ਦਾ ਜਿਹੜਾ ਸਿਹਤ ਮੰਤਰੀ ਸੀ ਅਨਿਲ ਵਿਜ, ਉਹਨੇ ਕਿਹਾ ਸੀ ਕਿ ਅਸੀਂ ਉੱਥੇ ਕਰੋਨਾ ਦੇ ਜਿਹੜੇ ਵੈਕਸੀਨੇਸ਼ਨ ਦੇ ਟੀਕੇ ਲਾ ਦਾਂਗੇ। ਉਹਨਾਂ ਨੇ ਕਿਹਾ ਵੀ ਇਹ ਚਾਲ ਹੈ ਸਰਕਾਰ ਦੀ ਤੇ ਅਸੀਂ ਇੱਥੇ ਕੋਈ ਨਹੀਂ ਆਉਣ ਦੇਵਾਂਗੇ, ਤੇ ਅਸੀਂ ਗਿਣਤੀ ਵਧਾਵਾਂਗੇ। ਜਿਹੜੇ ਕਣਕ ਦੀ ਵਾਢੀ ਕਰਕੇ ਨਹੀਂ ਘੱਟ ਗਿਣਤੀ ਹੈ ਤੇ ਹੋਰ ਜ਼ਿਆਦਾ ਗਿਣਤੀ ਉੱਥੇ ਹੋ ਜਾਏਗੀ ਉਸ ਪੱਧਰ ਦੇ ਉੱਤੇ, ਉਸ ਪ੍ਰਚਾਰ ਦਾ ਅਸੀਂ ਮੁਕਾਬਲਾ ਕਰਾਂਗੇ। ਪਰ ਕਿਤੇ ਨਾ ਕਿਤੇ ਕੋਈ ਆਗੂ ਇਹ ਵੀ ਬਿਆਨ ਦੇ ਦਿੰਦੇ ਨੇ ਕਿ ਜੇ ਸਰਕਾਰ ਨੂੰ ਚਿੰਤਾ ਸਾਡੇ ਇੱਥੇ ਹੀ ਲਾ ਦੇ ਜਾਂ ਆਲੇ ਦੁਆਲੇ ਲਾ ਦੇ, ਉਹਦੇ ਨਾਲ ਵੀ ਉਲਝਣ ਪੈਦਾ ਹੁੰਦੀ ਹੈ। ਇਸ ਲਈ ਕਿਸਾਨ ਲੀਡਰਸ਼ਿਪ ਨੂੰ ਸਿਰ ਜੋੜ ਕੇ ਬੈਠ ਕੇ ਇੱਕ ਡਿਸੀਜਨ ਤੇ ਇੱਕ ਫੈਸਲਾ ਲੈਣਾ ਪਏਗਾ ਕਿ ਕੀ ਕਰਨਾ ਚਾਹੀਦਾ। ਜਦੋਂ ਤੁਸੀਂ ਜੰਗ ਲੜ ਰਹੇ ਹੋ, ਜਦੋਂ ਇਹ ਕਿਹਾ ਜਾ ਰਿਹਾ ਕਿ ਕਰੋਨਾ ਦਾ ਡਰ ਅਸੀਂ ਇਸ ਅੰਦੋਲਨ ਨੇ ਖਤਮ ਕਰਤਾ, ਮੋਦੀ ਦਾ ਡਰ ਇਸ ਅੰਦੋਲਨ ਨੇ ਸਰਕਾਰ ਦਾ ਖਤਮ ਕਰਤਾ, ਤਾਂ ਤੁਹਾਨੂੰ ਉਸ ਲੈਵਲ ਦਾ ਫੈਸਲਾ ਲੈ ਕੇ ਇੱਕ ਘੱਟੋ ਘੱਟ ਕਨਫਿਊਜ਼ਨ ਨਾ ਰਹੇ, ਸਾਰੀ ਲੀਡਰਸ਼ਿਪ ਇੱਕ ਰਸਤੇ ਦਿਖਾਈ ਦੇਣੀ ਚਾਹੀਦੀ ਹੈ ਕਿ ਇੱਕ ਪਾਸੇ ਖੜੀ ਹੋਈ ਹੈ ਤੇ ਉਹ ਇੱਕ ਮੈਸੇਜ ਦੇ ਰਹੀ ਹੈ ਕਿ ਅਸੀਂ ਲੜਾਈ ਜਿਹੜੀ ਹੈ ਉਸ ਪੱਧਰ ਤੇ ਜਾਰੀ ਰੱਖਾਂਗੇ। ਇਹ ਮੈਸੇਜ ਤਾਂ ਦਿੱਤਾ ਹੀ ਹੈ ਕਿ ਲੜਾਈ ਕਾਨੂੰਨ ਵਾਪਸੀ ਤੱਕ ਜਾਰੀ ਰਹਿਣੀ ਹੈ, ਤੇ ਚਾਹੇ ਕਰੋਨਾ ਚਾਹੇ ਨਾ ਕਰੋਨਾ। ਹੁਣ ਜਿਹੜੇ ਟੀਕੇ ਲਵਾਉਣੇ ਨਾ ਲਵਾਉਣੇ ਇਹਦੇ ਤੇ ਫੈਸਲੇ ਦਾ ਹੀ ਕੋਈ ਉਸ ਲੈਵਲ ਤੇ ਸਵਾਲ ਹੈ, ਕਿਉਂਕਿ ਸਰਕਾਰ ਦਾ ਮਤਲਬ ਹੈ, ਸਰਕਾਰ ਦਾ ਕੰਮ ਹੈ ਕਨਫਿਊਜ਼ਨ ਪੈਦਾ ਕਰਨਾ। ਜਿਵੇਂ ਜਿਵੇਂ ਕਨਫਿਊਜ਼ਨ ਫੈਲਦਾ ਜਾਊਗਾ ਤਿਵੇਂ ਤਿਵੇਂ ਸਰਕਾਰੀ ਸਾਈਡ ਦਾ ਜਿਹੜੀ ਪੱਖ ਹੈ ਉਹ ਮਜ਼ਬੂਤ ਹੁੰਦਾ ਤੇ ਦੂਜਾ ਕਮਜ਼ੋਰ ਹੁੰਦਾ ਮੁਕਾਬਲੇ। ਵੈਸੇ ਤਾਂ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ BKJ ਉਗਰਾਹਾਂ ਦੇ ਝੰਡੇ ਹੇਠ ਲੋਕ ਉੱਥੇ ਬਾਰਡਰ ਤੇ ਗਏ ਨੇ, ਤਿੰਨੇ ਬਾਰਡਰਾਂ ਤੋਂ ਹਜ਼ਾਰਾਂ ਦੀ ਸੰਖਿਆ 'ਚ ਵਹੀਕਲ ਦੇ ਉੱਤੇ ਕਿਹਾ ਜਾ ਰਿਹਾ, ਉਹਨਾਂ ਦਾ ਦਾਅਵਾ ਹੈ ਕਿ 15,000 ਬੰਦਾ ਜਿਹੜਾ ਅੱਜ ਗਿਆ ਟਿਕਰੀ ਬਾਰਡਰ ਦੇ ਉੱਤੇ, ਤੇ ਬਾਕੀ ਜਿਉਂ-ਜਿਉਂ ਕਣਕ ਦਾ ਸੀਜ਼ਨ ਖਤਮ ਹੁੰਦਾ ਜਾਏਗਾ ਹੋਰ ਜਾਣਗੇ। ਇਸ ਲਈ ਕਿਸਾਨ ਅੰਦੋਲਨ ਵਰਸਜ ਜਿਹੜਾ ਇਹ ਹੈ, ਇਹ ਸ਼ਹੀਨ ਬਾਗ ਨਹੀਂ ਬਣਾਇਆ ਜਾ ਸਕਦਾ ਮੁੜ ਕੇ ਕਿ ਸ਼ਹੀਨ ਬਾਗ ਦਾ ਅੰਦੋਲਨ ਉਠਾ ਦਿਓ, ਤੇ ਇਹ ਅੰਦੋਲਨ ਹੋਰ ਤਰ੍ਹਾਂ ਦਾ ਤੇ ਹੋਰ ਟਾਈਪ ਦਾ ਸਾਈਜ਼ ਹੈ, ਇਹਦੇ ਨਾਲ ਸਰਕਾਰ ਨੂੰ ਗੱਲਬਾਤ ਹੀ ਕਰਨੀ ਪਏਗੀ। ਜੀ ਹਮੀਰ ਸਿੰਘ ਜੀ, ਆਪਾਂ ਗੱਲ ਕਰ ਰਹੇ ਹਾਂ ਕਿਸਾਨ ਅੰਦੋਲਨ ਦੀ, ਤੇ ਕਿਸਾਨ ਅੰਦੋਲਨ ਦੇ ਵਿੱਚ ਅੱਜ ਜਿਹੜਾ ਹੈਗਾ ਗਦਰ ਪਾਰਟੀ ਦਾ ਸਥਾਪਨਾ ਦਿਵਸ ਵੀ ਹੈ, ਜੋ ਵੱਖ-ਵੱਖ ਥਾਵਾਂ ਦੇ ਕਿਸਾਨਾਂ ਨੇ ਵੱਖ-ਵੱਖ ਤਰ੍ਹਾਂ ਮਨਾਇਆ ਹੈ। ਅਸੀਂ ਜਾਣਨਾ ਚਾਹਾਂਗੇ ਇੱਕ ਤਾਂ ਇਸ ਪਾਰਟੀ ਦਾ ਪਿਛੋਕੜ ਕੀ ਸੀ ਤੇ ਇਹ ਕਿਵੇਂ ਜਿਹੜੀ ਹੈ ਹੁਣ ਤੱਕ ਚੱਲਦੀ ਆਈ ਹੈ, ਤੇ ਅੱਜ ਕਿਸਾਨਾਂ ਨੇ ਇਸ ਨੂੰ ਕਿਵੇਂ ਮਨਾਇਆ?
ਅੱਜ ਸਮਾਗਮ ਹੋਏ ਨੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਵੀ ਸਮਾਗਮ ਹੋਇਆ ਹੈ। ਪਹਿਲਾਂ ਇਹ ਸਮਾਗਮ ਬਲਕਿ ਇਸ ਲਈ ਰੱਖਿਆ ਗਿਆ ਸੀ ਕਿ ਪੀ ਸਾਈਨਾਥ ਨੇ ਆਉਣਾ ਸੀ, ਮਹਾਰਾਸ਼ਟਰ 'ਚ ਤਾਲਾਬੰਦੀ ਹੋ ਗਈ ਤੇ ਉਹ ਇਸ ਲਈ ਨਹੀਂ ਉਹਦੇ 'ਤੇ ਲੈਕਚਰ ਉਸ ਲੈਵਲ 'ਤੇ ਹੋ ਸਕਿਆ, ਪਰ ਬਣਾਇਆ ਗਿਆ। ਬਾਰਡਰਾਂ 'ਤੇ ਵੀ ਗਾਜੀਪੁਰ ਬਾਰਡਰ, ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਦੇ ਉੱਤੇ ਵੀ ਬਣਾਇਆ ਗਿਆ। ਵੱਖ-ਵੱਖ ਥਾਵਾਂ 'ਤੇ ਹੋਰ ਬਥੇਰੇ ਫੰਕਸ਼ਨ ਗਦਰ ਪਾਰਟੀ ਮੂਵਮੈਂਟ ਨਾਲ ਜੁੜ ਕੇ, ਕਿਉਂਕਿ ਗਦਰ ਪਾਰਟੀ ਮੂਵਮੈਂਟ ਉਹ ਮੀਲ ਪੱਥਰ ਰੱਖਦੀ ਹੈ ਸਾਡੇ ਦੇਸ਼ ਦੇ ਇਤਿਹਾਸ ਦੇ ਵਿੱਚ, ਜਿਹੜੀ ਉਹ ਪਹਿਲੀ ਪਾਰਟੀ ਸੀ ਜਿਹਨੇ ਸੰਪੂਰਨ ਰਾਜਦੀ ਤੇ ਇਨਕਲਾਬ ਦੀ ਗੱਲ ਕੀਤੀ। ਕੇਵਲ ਆਜ਼ਾਦੀ ਦੀ ਗੱਲ ਨਹੀਂ ਕੀਤੀ ਕਿ ਅੰਗਰੇਜ਼ਾਂ ਨੂੰ ਕੱਢਣਾ ਹੈ, ਅੰਗਰੇਜ਼ਾਂ ਨੂੰ ਕੱਢ ਕੇ ਕਿਹੋ ਜਿਹਾ ਬਰਾਬਰੀ ਵਾਲਾ ਸਮਾਜਿਕ ਪ੍ਰਬੰਧ ਚਾਹੀਦਾ ਤੇ ਸਿਆਸੀ ਪ੍ਰਬੰਧ ਚਾਹੀਦਾ, ਇਹਦੀ ਗੱਲ ਵੀ ਕੀਤੀ। ਤੇ ਉਹ ਸਾਰੇ ਬੰਦੇ ਜਿਹੜੇ ਗਦਰੀ ਸੀ ਇੱਥੋਂ ਰੋਜੀ ਰੋਟੀ ਦੀ ਤਲਾਸ਼ 'ਚ ਗਏ ਸੀ ਔਰ ਸਾਰੇ ਜਾ ਕੇ ਉੱਥੇ ਵੱਖ-ਵੱਖ ਦੇਸ਼ਾਂ ਦੇ ਵਿੱਚ, ਖਾਸ ਤੌਰ 'ਤੇ ਅਮਰੀਕਾ ਦੇ ਵਿੱਚ ਕੰਮ ਕਰਦੇ ਸੀ। ਕੋਈ ਆਰਿਆਂ 'ਤੇ ਕੰਮ ਕਰਦਾ ਸੀ, ਕੋਈ ਖੇਤਾਂ 'ਚ ਕੰਮ ਕਰਦਾ ਸੀ, ਕੋਈ ਕਿਤੇ ਕੋਈ ਪੜ੍ਹਨ ਗਿਆ ਸੀ ਕਿਸੇ ਟਾਈਪ ਦਾ। ਤਾਂ ਉਹਨਾਂ ਨੇ ਉੱਥੇ ਦੇਖਿਆ ਕਿ ਇਹ ਰਾਜ ਪ੍ਰਬੰਧ ਜੇ ਐਂ ਚੱਲ ਸਕਦਾ, ਜਿੱਥੇ ਲੋਕਾਂ ਨੂੰ ਸਰਕਾਰ ਗਰੰਟੀਆਂ ਦਿੰਦੀ ਹੈ, ਬੋਲਣ ਦਾ ਹੱਕ ਦਿੰਦੀ ਹੈ, ਰੋਜੀ ਰੋਟੀ ਦੇ ਹਰ ਇੱਕ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਹ ਪ੍ਰਬੰਧ ਸਾਡੇ ਦੇਸ਼ 'ਚ ਕਿਉਂ ਨਹੀਂ ਹੋ ਸਕਦਾ। ਫਿਰ ਉਹਨਾਂ ਨੇ ਵਿਚਾਰ ਕੀਤਾ ਕਿ ਉਹਦੇ ਲਈ ਮਤਲਬ ਕੀ ਹੈ, ਤੇ ਉਹ ਵਿਚਾਰ ਹੋਇਆ ਤੇ ਵਿਚਾਰ ਤੋਂ ਬਾਅਦ ਉਹਨਾਂ ਨੇ ਇੱਕ ਫੈਸਲਾ ਕੀਤਾ ਕਿ ਪਹਿਲੀ ਸੰਸਾਰ ਜੰਗ ਲੱਗੀ ਹੈ 1914 ਦੇ ਵਿੱਚ, ਚਲੋ ਆਪਾਂ ਦੇਸ਼ ਦੇ ਵਿੱਚ ਇੱਕ ਗਦਰ ਰਾਹੀਂ ਚੱਲੀਏ। ਉਹਨਾਂ ਨੇ ਗਦਰ ਦੀ ਗੂੰਜ ਅਖਬਾਰ ਕੱਢਿਆ ਤੇ ਉਹ ਅਖਬਾਰ ਬਹੁਤ ਵੱਡੀ ਪੱਧਰ ਤੇ ਲੋਕਾਂ ਤੱਕ ਪਹੁੰਚਾਇਆ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ, ਤਾਂ ਕਿ ਲੋਕਾਂ ਨੂੰ ਇੱਕ ਗਿਆਨ ਹੋਵੇ, ਇੱਕ ਜਾਗਰੂਕਤਾ ਮੁਹਿੰਮ ਚੱਲੇ। ਤੇ ਉਸੇ ਲਈ 8000 ਦੇ ਕਰੀਬ ਗਦਰੀ ਜਿਹੜਾ ਹੈ ਉਹ ਫੈਸਲਾ ਕਰਕੇ ਆਪਣੀ ਰੋਜੀ ਰੋਟੀ ਛੱਡ ਕੇ, ਤੇ ਉਹਦੇ 'ਚ ਜਿਹੜੇ ਗਏ ਕਰਤਾਰ ਸਿੰਘ ਸਰਾਭਾ ਵਰਗੇ ਬਹੁਤ ਛੋਟੀ ਉਮਰ ਦਾ ਨੌਜਵਾਨ, ਉਹਦੇ ਸਮੇਤ ਬਾਬਾ ਸਿੰਘ ਸੋਹਣ ਸਿੰਘ ਭਕਨਾ ਦੀ ਅਗਵਾਈ 'ਚ ਜਿਹੜੇ ਉਸ ਗਦਰ ਪਾਰਟੀ ਦੇ ਪ੍ਰਧਾਨ ਸੀ, ਜਿਹੜੇ ਬਾਅਦ 'ਚ ਆਜ਼ਾਦ ਦੇਸ਼ ਦੀਆਂ ਜੇਲ੍ਹਾਂ 'ਚ ਵੀ ਜੇਲ੍ਹਾਂ ਕੱਟਦੇ ਰਹੇ। ਬਾਬਾ ਭਕਨਾ ਨੇ ਇਹ ਕਿਹਾ ਸੀ ਜਦੋਂ ਉਹਨੂੰ ਕਿਸੇ ਨੇ ਇੰਟਰਵਿਊ ਦੇ ਵਿੱਚ ਪੁੱਛਿਆ, ਉਹ ਕਹਿੰਦਾ ਅੰਗਰੇਜ਼ ਦੀਆਂ ਜੇਲ੍ਹਾਂ ਨੇ ਤਾਂ ਕੁੱਬ ਨਹੀਂ ਪਵਾ ਸਕੀਆਂ, ਪਰ ਆਜ਼ਾਦ ਦੇਸ਼ ਦੀ ਜੇਲ੍ਹਾਂ 'ਚ ਕੁੱਬ ਪੈ ਗਿਆ ਸਰੀਰ 'ਚ। ਜਿਹੜਾ ਉਹਨਾਂ ਦੇ ਕੁੱਬ ਵਾਲੀ ਫੋਟੋ ਹੈ ਕਿ ਇਸ ਪੱਧਰ 'ਤੇ, ਮਤਲਬ ਅੰਤਮ ਦਮ ਤੱਕ ਉਹ ਬਿਹਤਰ ਸਮਾਜ, ਕਿਰਤੀਆਂ ਦਾ ਸਮਾਜ, ਆਮ ਲੋਕਾਂ ਦੇ ਸਮਾਜ ਦੇ ਬਰਾਬਰੀ ਦਾ ਸਮਾਜ ਸਿਰਜਣ ਦੇ ਵਾਸਤੇ ਜੱਦੋ ਜਹਿਦ ਕਰਦੀ ਰਹੀ। ਉਹ ਪਾਰਟੀ ਦਾ ਜਿਹੜਾ ਇੱਕ ਬੁਨਿਆਦੀ ਅਸੂਲ ਸੀ। ਔਰ ਅੱਜ ਵੀ ਉਹ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਕਾਰਪੋਰੇਟ ਦੀ ਵਿਚਾਰਧਾਰਾ ਦੀ ਕਾਟ ਕਰਦੀ ਹੈ, ਕਾਰਪੋਰੇਟ ਦੇ ਖਿਲਾਫ ਟੱਕਰ ਲੈਣ ਵਾਲਿਆਂ ਨੂੰ ਪ੍ਰੇਰਿਤ ਕਰਦੀ ਹੈ ਕਿ ਤੁਹਾਨੂੰ ਸਮਾਜੀ ਇਨਸਾਫ ਦੇ ਲਈ ਜੇਕਰ ਤੁਸੀਂ ਲੜਨਾ, ਆਰਥਿਕ ਬਰਾਬਰੀ ਦੇ ਲਈ ਜੇਕਰ ਲੜਨਾ, ਜੇਕਰ ਸਿਆਸੀ ਤੌਰ 'ਤੇ ਲੋਕਾਂ ਦੇ ਰਾਜ ਦੇ ਲਈ ਲੜਨਾ, ਤਾਂ ਤੁਹਾਨੂੰ ਇਹ ਵਿਕਾਸ ਦੇ ਮਾਡਲ ਨੂੰ ਚੁਣੌਤੀ ਦੇਣੀ ਪਏਗੀ, ਕਾਰਪੋਰੇਟ ਨੂੰ ਤੇ ਬਾਕੀ ਨੂੰ ਵੀ। ਇਸੇ ਕਰਕੇ ਗਦਰ ਪਾਰਟੀ ਅਹਿਮੀਅਤ ਰੱਖਦੀ ਹੈ। ਸਾਡੇ ਜਿਹੜਾ ਵੀ ਇਤਿਹਾਸ ਸਾਡੇ ਲਿਖਿਆ ਜਾ ਰਿਹਾ ਜਾਂ ਸਾਡੀਆਂ ਕਿਤਾਬਾਂ 'ਚ ਪੜ੍ਹਾਇਆ ਜਾ ਰਿਹਾ, ਕਿਉਂਕਿ ਉਸ ਤੋਂ ਬਾਅਦ ਇੱਕ ਸੱਤਾ ਬਦਲ ਗਈ, ਕਾਂਗਰਸ ਪਾਰਟੀ ਲੰਮਾ ਸਮਾਂ ਰਹੀ, ਬਾਕੀ ਉਹਨਾਂ ਨੇ ਲੋਕਾਂ ਦੇ ਜ਼ਿਹਨ 'ਚ ਉਹਦੀ ਮਹੱਤਤਾ ਉਸ ਪੱਧਰ ਦੇ ਉੱਤੇ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਉਹਦਾ ਉਸ ਪੱਧਰ 'ਤੇ ਪ੍ਰਚਾਰ ਨਹੀਂ ਹੋਇਆ। ਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਜਿਹੜੀਆਂ ਸੀ ਉਹ ਉਨੀਆਂ ਕੁ ਤਾਂ ਮੋਟਾ ਯਾਦ ਹੈ ਗਦਰ ਪਾਰਟੀ ਬਣੀ ਸੀ, ਪਰ ਉਹਦਾ ਨਿਸ਼ਾਨਾ ਕੀ ਸੀ, ਉਹਦੀ ਵਿਚਾਰਧਾਰਾ ਕੀ ਸੀ, ਉਹ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਕਿਹੋ ਜਿਹਾ ਸਮਾਜ ਸਿਰਜਣ ਦੀ ਗੱਲ ਕਰਦੀ ਸੀ, ਉਹਦੇ ਬਾਰੇ ਚਰਚਾ ਕਰਨ ਦੀ ਲੋੜ ਹੈ। ਅੱਜ ਹੋਰ ਵੀ ਜ਼ਿਆਦਾ ਮਹੱਤਵਪੂਰਨ ਹੈ ਇਹੋ ਜਿਹੀਆਂ ਮੂਵਮੈਂਟਾਂ ਦੇ ਬਾਰੇ ਉਹਨਾਂ ਨੂੰ ਯਾਦ ਕਰਨਾ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾ, ਤੇ ਉਹੇ ਜਿਹੇ ਕਿਰਦਾਰ ਤੇ ਬੁਲੰਦ ਅਖਲਾਕ ਵਾਲੇ ਲੋਕ ਆਗੂ ਪੈਦਾ ਕਰਨਾ, ਇਹ ਬਹੁਤ ਮਹੱਤਵਪੂਰਨ ਹੈ। ਇਸ ਕਰਕੇ ਅੱਜ ਗਦਰ ਦੀ ਪਾਰਟੀ ਦੇ ਸਥਾਪਨਾ ਦਿਵਸ 'ਤੇ ਸਾਰੇ ਉਹਨਾਂ ਲੋਕਾਂ ਨੂੰ ਮੁਬਾਰਕਬਾਦ ਜਿਹੜੇ ਲੋਕ ਜ਼ੁਲਮ ਦੇ ਖਿਲਾਫ ਲੜਨ ਦਾ ਤਹਈਆ ਕਰਦੇ ਨੇ, ਜਿਹੜੇ ਲੋਕ ਇਮਾਨਦਾਰੀ ਨਾਲ ਜੀਵਨ ਜਿਉਣਾ ਚਾਹੁੰਦੇ ਨੇ, ਜਿਹੜੇ ਲੋਕ ਇਖਲਾਕੀ ਕਦਰਾਂ ਕੀਮਤਾਂ ਦੇ ਵਿੱਚ ਯਕੀਨ ਰੱਖਦੇ ਨੇ ਜ਼ਿੰਦਗੀ ਦੇ ਹਰ ਸ਼ੋਬੇ ਦੇ ਵਿੱਚ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।